ਨਮਸਕਾਰ ਬੇਟਾ। ਅੱਜ ਮੈਂ ਤੁਹਾਨੂੰ ਬਿਊਟੀ ਐਂਡ ਵੈਲਨੈਸ ਵਿਸ਼ੇ ਦੇ 9ਵੀਂ ਜਮਾਤ ਦਾ ਯੂਨਿਟ 1 ਸੈਸ਼ਨ 2 ਪੜ੍ਹਾਉਣ ਜਾ ਰਹੀ ਹਾਂ। ਸਾਡਾ ਅੱਜ ਦਾ ਟੌਪਿਕ ਹੈ ਜ਼ੁਬਾਨੀ ਸੰਚਾਰ। ਜ਼ੁਬਾਨੀ ਸੰਚਾਰ ਨੂੰ ਅਸੀਂ ਇੰਗਲਿਸ਼ ਵਿੱਚ ਵਰਬਲ ਕਮਿਊਨੀਕੇਸ਼ਨ ਵੀ ਕਹਿੰਦੇ ਹਾਂ। ਜ਼ੁਬਾਨੀ ਸੰਚਾਰ ਸ਼ਬਦਾਂ ਦੀ ਵਰਤੋਂ ਕਰਕੇ ਜਾਣਕਾਰੀ ਨੂੰ ਸਾਂਝਾ ਕਰਨਾ ਹੈ। ਇਹ ਉਹ ਹੈ ਜੋ ਜ਼ਿਆਦਾਤਰ ਲੋਕ ਸੰਚਾਰ ਦੇ ਢੰਗ ਵਜੋਂ ਵਰਤਦੇ ਹਨ। ਜ਼ੁਬਾਨੀ ਸੰਚਾਰ ਮਹੱਤਵਪੂਰਨ ਹੈ ਕਿਉਂਕਿ ਜੇ ਤੁਸੀਂ ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਉਲਝਣ ਵਿੱਚ ਪੈਂਦੇ ਰਹੋਗੇ ਅਤੇ ਤੁਸੀਂ ਜੋ ਚਾਹੁੰਦੇ ਹੋ ਸੰਚਾਰ ਕਰਨ ਦੇ ਯੋਗ ਨਹੀਂ ਹੋਵੋਗੇ। ਬੇਟਾ, ਜ਼ੁਬਾਨੀ ਸੰਚਾਰ ਸ਼ਬਦਾਂ ਦੀ ਵਰਤੋਂ ਹੈ। ਜੋ ਸ਼ਬਦ ਅਸੀਂ ਬੋਲ ਕੇ ਦੂਸਰੇ ਸਾਹਮਣੇ ਪ੍ਰਗਟ ਕਰਦੇ ਹਾਂ ਉਸ ਨੂੰ ਅਸੀਂ ਜ਼ੁਬਾਨੀ ਸੰਚਾਰ ਕਹਿੰਦੇ ਹਾਂ। ਠੀਕ ਹੈ। ਜ਼ੁਬਾਨੀ ਸੰਚਾਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਬੇਟਾ। ਪਹਿਲੀ ਕਿਸਮ ਹੈ ਮੌਖਿਕ ਜਾਂ ਸਪੋਕਨ ਸੰਚਾਰ ਅਤੇ ਦੂਸਰੀ ਕਿਸਮ ਹੈ ਲਿਖਿਤ ਸੰਚਾਰ। ਹੁਣ ਮੈਂ ਤੁਹਾਨੂੰ ਬੇਟਾ ਜ਼ੁਬਾਨੀ ਸੰਚਾਰ ਦੀ ਕਿਸਮਾਂ ਬਾਰੇ ਪੂਰੇ ਉਦਾਹਰਨ ਸਹਿਤ ਸਮਝਾਵਾਂਗੀ। ਸਾਡੀ ਪਹਿਲੀ ਹੈ ਮੌਖਿਕ ਜਾਂ ਸਪੋਕਨ ਸੰਚਾਰ। ਮੌਖਿਕ ਯਾਨੀ ਕਿ ਮੂੰਹ ਰਾਹੀਂ ਬੋਲਣਾ, ਜਾਂ ਸਪੋਕਨ ਇੰਗਲਿਸ਼ ਦਾ ਵਰਡ ਹੈ। ਠੀਕ ਹੈ। ਮੌਖਿਕ ਜਾਂ ਸਪੋਕਨ ਸੰਚਾਰ ਜਿਸ ਵਿੱਚ ਗੱਲ ਕਰਨਾ ਸ਼ਾਮਿਲ ਹੁੰਦਾ ਹੈ। ਇਹਦੀ ਉਦਾਹਰਨ ਬੇਟਾ ਕਿਆ ਦਿੱਤੀ ਗਈ ਹੈ, ਦੇਖੋ। ਆਮਨੋ ਸਾਹਮਣੇ ਗੱਲਬਾਤ, ਜਦੋਂ ਤੁਸੀਂ ਸੁਣਨ ਵਾਲੇ ਨੂੰ ਵੇਖ ਸਕਦੇ ਹੋ। ਉਦਾਹਰਨ ਦੇ ਲਈ ਸਮੂਹ ਵਿੱਚ ਵਿਚਾਰ ਵਟਾਂਦਰੇ, ਘਰ ਵਿੱਚ ਪਰਿਵਾਰਕ ਮੈਂਬਰ ਨਾਲ ਗੱਲ ਕਰਨਾ, ਭਾਸ਼ਣਾਂ ਰਾਹੀਂ ਲੋਕਾਂ ਨਾਲ ਗੱਲਬਾਤ ਕਰਨਾ ਆਦਿ। ਬੇਟਾ ਤੁਸੀਂ ਦੇਖ ਰਹੇ ਹੋ ਉਦਾਹਰਨ ਦੇ ਸਾਹਮਣੇ ਹੀ ਇੱਕ ਪਿਕਚਰ ਬਣਾਈ ਗਈ ਹੈ ਜਿਸ ਵਿੱਚ ਦੋ ਵਿਅਕਤੀ ਆਮਨੇ ਸਾਹਮਣੇ ਬੈਠੇ ਹੋਏ ਹਨ। ਉਹ ਆਪਸ 'ਚ ਇੱਕ ਦੂਸਰੇ ਦੇ ਸਾਹਮਣੇ ਬੈਠ ਕੇ ਗੱਲਬਾਤ ਕਰ ਰਹੇ ਹਨ। ਇਹ ਸਾਡਾ ਮੌਖਿਕ ਸੰਚਾਰ ਦਾ ਇੱਕ ਉਦਾਹਰਨ ਹੈ ਕਿ ਦੋ ਵਿਅਕਤੀ ਆਮਨੇ ਸਾਹਮਣੇ ਬੈਠ ਕੇ ਇੱਕ ਦੂਸਰੇ ਨਾਲ ਬੋਲ ਕੇ ਯਾਨੀ ਕਿ ਮੌਖਿਕ ਰੂਪ ਵਿੱਚ ਗੱਲਬਾਤ ਕਰ ਰਹੇ ਹਨ। ਬੇਟਾ ਇਹ ਇੱਕ ਆਸਾਨ ਅਤੇ ਸੌਖਾ ਤਰੀਕਾ ਹੁੰਦਾ ਹੈ ਗੱਲਬਾਤ ਕਰਨ ਦਾ ਜਾਂ ਸੰਚਾਰ ਦਾ, ਜਿਸ ਵਿੱਚ ਤੁਸੀਂ ਇੱਕ ਦੂਸਰੇ ਨੂੰ ਪ੍ਰਸ਼ਨ ਕਰਦੇ ਹੋ, ਉਸ ਦਾ ਉੱਤਰ ਉਸੇ ਟਾਈਮ ਤੁਹਾਨੂੰ ਵਾਪਸ ਦੇ ਦਿੱਤਾ ਜਾਂਦਾ ਹੈ। ਇਹ ਇੱਕ ਬਹੁਤ ਹੀ ਤੇਜ਼ ਸੰਚਾਰ ਸਾਧਨ ਹੈ। ਇਹਦੇ ਮੌਖਿਕ ਸੰਚਾਰ ਵਿੱਚ ਹੀ ਦੂਸਰਾ ਉਦਾਹਰਨ ਥੱਲੇ ਕੀ ਦਿੱਤਾ ਗਿਆ ਹੈ, ਇੱਕ ਫੋਨ 'ਤੇ ਗੱਲਬਾਤ। ਇਹ ਵਿਅਕਤੀਗਤ ਅਤੇ ਅਧਿਕਾਰਕ ਸੰਚਾਰ ਲਈ ਹੈ। ਦੇਖੋ ਬੇਟਾ, ਜਦੋਂ ਵਿਅਕਤੀ ਫੋਨ 'ਤੇ ਗੱਲਬਾਤ ਕਰਦਾ ਹੈ ਉਹ ਵੀ ਇੱਕ ਮੌਖਿਕ ਸੰਚਾਰ ਦਾ ਹੀ ਸਾਧਨ ਹੁੰਦਾ ਹੈ। ਫੋਨ ਗੱਲਬਾਤ ਇੱਕ ਦੂਸਰੇ ਨੂੰ ਸ਼ੁਭਕਾਮਨਾਵਾਂ ਦੇ ਨਾਲ ਗੱਲ ਕਰਨੀ ਅਤੇ ਸੁਣਨਾ ਦੇ ਨਾਲ ਸ਼ੁਰੂ ਹੋਣੀ ਚਾਹੀਦੀ। ਗੱਲਬਾਤ ਇੱਕ ਧੰਨਵਾਦ ਅਤੇ ਬਾਏ ਨਾਲ ਖਤਮ ਹੋ ਸਕਦੀ, ਤਾਂ ਕਿ ਜਦੋਂ ਵੀ ਅਸੀਂ ਫੋਨ 'ਤੇ ਦੂਸਰੇ ਨਾਲ ਗੱਲਬਾਤ ਕਰਨੇ ਹਾਂ ਅਤੇ ਸਭ ਤੋਂ ਪਹਿਲਾਂ ਅਸੀਂ ਹੈਲੋ ਯਾਨੀ ਕਿ ਉਸ ਨੂੰ ਵਿਸ਼ ਕਰਦੇ ਹੋਏ ਗੱਲ ਕਰਨੇ ਹਾਂ ਅਤੇ ਬਾਏ ਯਾਨੀ ਕਿ ਧੰਨਵਾਦ ਕਰਦੇ ਹੋਏ ਖਤਮ ਕਰਦੇ ਹਾਂ। ਇਹ ਵੀ ਇੱਕ ਬਹੁਤ ਹੀ ਵਧੀਆ ਅਤੇ ਸੌਖਾ ਤਰੀਕਾ ਹੈ ਮੌਖਿਕ ਸੰਚਾਰ ਦਾ। ਤੀਸਰਾ ਸਾਡਾ ਉਦਾਹਰਨ ਹੈ ਕਲਾਸਰੂਮ ਦੀ ਸਿਖਲਾਈ। ਕਾਰੋਬਾਰੀ ਵਿਚਾਰ ਵਟਾਂਦਰੇ ਅਤੇ ਜਨਤਕ ਭਾਸ਼ਣ ਜ਼ੁਬਾਨੀ ਸੰਚਾਰ ਦੀਆਂ ਦੂਸਰੀਆਂ ਉਦਾਹਰਨਾਂ ਹਨ, ਜਿੱਥੇ ਇੱਕ ਵਿਅਕਤੀ ਕਈਆਂ ਨਾਲ ਇੱਕੋ ਵਾਰ ਗੱਲ ਕਰਦਾ ਹੈ। ਦੇਖੋ ਬੇਟਾ, ਇੱਥੇ ਡਾਇਗਰਾਮ 'ਤੇ ਕੀ ਸ਼ੋ ਕੀਤਾ ਗਿਆ ਹੈ ਕਿ ਇੱਕ ਅਧਿਆਪਕ ਕਲਾਸ ਦੇ ਬਲੈਕ ਬੋਰਡ ਵਿੱਚ ਬਾਕੀ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ, ਜਾਣੀ ਕਿ ਉਹ ਆਪਣੇ ਮੌਖਿਕ ਸੰਚਾਰ ਰਾਹੀਂ ਅਕੇਲਾ ਹੀ ਪੂਰੀ ਕਲਾਸ ਦੇ ਬੱਚਿਆਂ ਨੂੰ ਆਪਣਾ ਵਿਚਾਰ ਦੂਸਰਿਆਂ ਨਾਲ ਸਾਂਝੇ ਕਰ ਰਿਹਾ ਹੈ। ਇਹ ਵੀ ਇੱਕ ਮੌਖਿਕ ਸੰਚਾਰ ਦਾ ਕਿਸਮ ਹੈ। ਠੀਕ ਹੈ।
ਹੁਣ ਤੁਹਾਨੂੰ ਬੇਟਾ ਮੌਖਿਕ ਸੰਚਾਰ ਦੇ 3 ਐਗਜ਼ਾਮਪਲਾਂ ਨਾਲ ਮੈਨੂੰ ਲੱਗਦਾ ਹੈ ਕਿ ਮੌਖਿਕ ਸੰਚਾਰ ਸਮਝ ਆ ਗਿਆ ਹੋਣਾ। ਹੁਣ ਅਸੀਂ ਮੌਖਿਕ ਸੰਚਾਰ ਤੋਂ ਬਾਅਦ ਜ਼ੁਬਾਨੀ ਸੰਚਾਰ ਦੀ ਦੂਸਰੀ ਕਿਸਮ ਕਰਾਂਗੇ, ਉਹ ਹੈ ਸਾਡੀ ਲਿਖਿਤ ਸੰਚਾਰ। ਠੀਕ ਹੈ। ਲਿਖਿਤ ਸੰਚਾਰ ਜਿਸ ਵਿੱਚ ਲਿਖਿਤ ਜਾਂ ਟਾਈਪ ਕੀਤੇ ਸ਼ਬਦ ਸ਼ਾਮਲ ਹੁੰਦੇ ਹਨ। ਉਦਾਹਰਨ ਕੀ ਹੈ ਬੇਟਾ, ਜੋ ਸ਼ਬਦ ਅਸੀਂ ਲਿਖ ਕੇ ਦੂਸਰੇ ਸਾਹਮਣੇ ਰੱਖਦੇ ਹਨ, ਇਹ ਸਾਡਾ ਸੰਚਾਰ ਦਾ ਦੂਸਰੀ ਕਿਸਮ ਹੈ। ਇਸ ਵਿੱਚ ਚਿੱਠੀਆਂ, ਨੋਟਸ, ਈਮੇਲ ਆਦਿ ਹੁੰਦੇ ਹਨ। ਇਹਨਾਂ ਨੇ ਪਿਕਚਰ ਦੇਖੋ, ਪੈਨ ਅਤੇ ਪੇਪਰ ਦੀ ਪਿਕਚਰ ਬਣਾਈ ਹੋਈ ਹੈ। ਸਾਡਾ ਦੂਸਰਾ ਕੀ ਆ ਗਿਆ ਬੇਟਾ, SMS। ਠੀਕ ਹੈ। ਇਹ ਇੱਕ ਛੋਟਾ ਸੁਨੇਹਾ ਸੇਵਾ ਹੈ। ਇਹ ਇੱਕ ਫ਼ੋਨ ਦੁਆਰਾ ਕਿਸੇ ਵਿਅਕਤੀ ਜਾਂ ਸਮੂਹ ਨੂੰ ਭੇਜੇ ਜਾ ਸਕਦੇ ਹਨ। ਇਸ ਵਿੱਚ ਡਾਇਗ੍ਰਾਮ ਫ਼ੋਨ ਦੀ ਬਣਾਈ ਗਈ ਹੈ। ਤੁਸੀਂ ਬੇਟਾ ਦੇਖਿਆ ਹੋਣਾ, ਅੱਜ ਕੱਲ੍ਹ SMS, WhatsApp ਮੈਸੇਜ ਕਰਦੇ ਹੋ ਗਰੁੱਪ ਵਿੱਚ, ਉਸ ਰਾਹੀਂ ਵੀ ਆਪਣੇ ਵਿਚਾਰ ਤੁਸੀਂ ਲਿਖ ਕੇ ਦੂਸਰਿਆਂ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਦੇ ਹੋ। ਠੀਕ ਹੈ। ਤੀਸਰੀ ਐਗਜ਼ਾਮਪਲ ਇਹਨਾਂ ਨੇ ਕੀ ਦਿੱਤੀ ਹੈ, ਖਬਰਾਂ, ਵਿਚਾਰਾਂ, ਦਸਤਾਵੇਜ਼ਾਂ, ਫਾਈਲਾਂ, ਫੋਟੋਆਂ, ਵੀਡੀਓ, ਸੰਗੀਤ ਆਦਿ ਸਮੇਤ ਨੂੰ ਸਾਂਝਾ ਕਰਨ ਲਈ ਈਮੇਲ ਦੀ ਵਰਤੋਂ ਕਰਨਾ। ਕਿਸੇ ਵਿਅਕਤੀ ਜਾਂ ਸਮੂਹ ਨੂੰ ਸੰਦੇਸ਼ ਭੇਜਣ ਲਈ ਵਰਤਿਆ ਜਾ ਸਕਦਾ ਹੈ। ਜੋ ਖਬਰਾਂ, ਵਿਚਾਰ, ਫਾਈਲਾਂ ਉਹ ਸਭੀ ਰਿਟਨ ਵਿੱਚ ਹੁੰਦੀਆਂ ਹਨ, ਉਹ ਵੀ ਸਾਡਾ ਇੱਕ ਲਿਖਿਤ ਸੰਚਾਰ ਦੀ ਕਿਸਮ ਹੈ। ਤੁਹਾਨੂੰ ਹੁਣ ਬੱਚੋ ਲਿਖਿਤ ਅਤੇ ਮੌਖਿਕ ਸੰਚਾਰ ਦੋਨੋਂ ਦੀ ਕਿਸਮ ਸਮਝ ਆ ਗਈ ਹੋਣੀ। ਹੁਣ ਅਸੀਂ ਇਸ ਤੋਂ ਬਾਅਦ ਅੱਗੇ ਕੀ ਕਰਾਂਗੇ ਕਿ ਜ਼ੁਬਾਨੀ ਸੰਚਾਰ ਦੇ ਸਾਨੂੰ ਕੀ ਫਾਇਦੇ ਹਨ। ਜ਼ੁਬਾਨੀ ਸੰਚਾਰ ਸੌਖਾ ਅਤੇ ਤੇਜ਼ ਹੈ। ਮੈਂ ਤੁਹਾਨੂੰ ਮੌਖਿਕ ਸੰਚਾਰ ਉੱਪਰ ਸਮਝਾਇਆ ਸੀ ਕਿ ਜੋ ਵਿਅਕਤੀ ਡਾਇਗ੍ਰਾਮ ਵਿੱਚ ਆਮਣੇ ਸਾਹਮਣੇ ਬੈਠੇ ਹੋਏ ਸੀ, ਉਹ ਕਿਸ ਤਰ੍ਹਾਂ ਆਪਣੇ ਵਿਚਾਰ ਦੂਸਰੇ ਸਾਹਮਣੇ ਪੇਸ਼ ਕਰ ਰਹੇ ਹਨ ਅਤੇ ਕਿਸ ਤਰ੍ਹਾਂ ਸਰਲਤਾ ਨਾਲ ਅਤੇ ਤੇਜ਼ੀ ਨਾਲ ਉਸੇ ਦਾ ਉੱਤਰ ਉਸ ਨੂੰ ਵਾਪਿਸ ਆ ਰਿਹਾ ਹੈ। ਇਹ ਇੱਕ ਤੇਜ਼ ਦਾ ਉਦਾਹਰਨ ਸੀ ਅਤੇ ਇਹ ਕਾਫੀ ਸੌਖਾ ਅਤੇ ਤੇਜ਼ ਹੈ। ਤੁਸੀਂ ਕੀ ਕਹਿ ਸਕਦੇ ਹੋ ਅਤੇ ਤੁਰੰਤ ਜਵਾਬ ਪ੍ਰਾਪਤ ਕਰ ਸਕਦੇ ਹੋ। ਇਹ ਸੰਚਾਰ ਦਾ ਇੱਕ ਆਸਾਨ ਤਰੀਕਾ ਹੈ। ਜਦੋਂ ਤੁਹਾਨੂੰ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਹੁੰਦਾ ਹੈ, ਤੁਸੀਂ ਦੂਸਰੇ ਵਿਅਕਤੀ ਦੇ ਜਵਾਬ ਅਨੁਸਾਰ ਆਪਣਾ ਸੰਚਾਰ ਬਦਲਦੇ ਰਹਿੰਦੇ ਹੋ। ਠੀਕ ਹੈ। ਜ਼ੁਬਾਨੀ ਸੰਚਾਰ ਬੇਟਾ ਇਹ ਫਾਇਦੇਮੰਦ ਹੈ ਕਿਉਂਕਿ ਅਸੀਂ ਆਪਣੇ ਵਿਚਾਰ ਕਿਸੇ ਦੂਸਰੇ ਨੂੰ ਪ੍ਰਗਟ ਕਰਦੇ ਹਾਂ ਅਤੇ ਉਸੇ ਟਾਈਮ ਉਸ ਦਾ ਜਵਾਬ ਸਾਨੂੰ ਆਰਾਮ ਨਾਲ ਮਿਲ ਜਾਂਦਾ ਹੈ। ਸਾਨੂੰ ਪ੍ਰਤੀਕਸ਼ਾ ਨਹੀਂ ਕਰਨੀ ਪੈਂਦੀ ਅਤੇ ਉਸੇ ਟਾਈਮ ਆਪਣੇ ਜਵਾਬ 'ਚ ਕੋਈ ਅਗਰ ਸਾਨੂੰ ਗਲਤੀ ਲੱਗਦੀ ਹੈ ਤਾਂ ਅਸੀਂ ਉਸ ਨੂੰ ਬਦਲ ਵੀ ਸਕਦੇ ਹਾਂ। ਹੁਣ ਅਸੀਂ ਅੱਗੇ ਕਰਾਂਗੇ ਬੇਟਾ ਜ਼ੁਬਾਨੀ ਸੰਚਾਰ ਦੇ ਨੁਕਸਾਨ। ਜ਼ੁਬਾਨੀ ਸੰਚਾਰ ਦਾ ਸਭ ਤੋਂ ਆਮ ਨੁਕਸਾਨ ਇਹ ਹੈ ਕਿ ਜਾਣਕਾਰੀ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਵਿਚਕਾਰ ਸੱਭਿਆਚਾਰਕ ਅੰਤਰ ਹਨ। ਇਹ ਅੰਤਰ ਵੱਖੋ ਵੱਖਰੀਆਂ ਭਾਸ਼ਾਵਾਂ ਦੀ ਵਰਤੋਂ, ਦੂਸਰੇ ਵਿਅਕਤੀ ਦੁਆਰਾ ਵਰਤੇ ਜਾਂਦੇ ਬੋਲ ਨੂੰ ਸਮਝਣ ਵਿੱਚ ਅਸਮਰਥਾ ਅਤੇ ਲਹਿਜ਼ੇ ਕਾਰਨ ਹੋ ਸਕਦੇ ਹਨ। ਕਿਉਂਕਿ ਮੌਖਿਕ ਸੰਚਾਰ ਸ਼ਬਦਾਂ 'ਤੇ ਨਿਰਭਰ ਕਰਦਾ ਹੈ ਅਤੇ ਕਈ ਵਾਰ ਅਰਥ ਉਲਝਣ ਅਤੇ ਮੁਸ਼ਕਲ ਹੋ ਜਾਂਦੇ ਹਨ ਜੇ ਸਹੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਬੇਟਾ ਕੀ ਦੱਸਿਆ ਗਿਆ ਹੈ ਕਿ ਅਸੀਂ ਅਗਰ ਕਿਸੇ ਦੂਸਰੇ ਸਾਹਮਣੇ ਆਪਣੇ ਵਿਚਾਰ ਮੌਖਿਕ ਰੂਪ 'ਚ ਪ੍ਰਗਟ ਕਰਦੇ ਹਾਂ ਅਤੇ ਕਈ ਵਾਰ ਅਸੀਂ ਉਸ ਤਰ੍ਹਾਂ ਦੇ ਸ਼ਬਦ ਦੀ ਵਰਤੋਂ ਕਰ ਲੈਂਦੇ ਹਨ ਜੋ ਸਾਹਮਣੇ ਵਾਲੇ ਨੂੰ ਸਮਝ ਨਹੀਂ ਆ ਰਹੇ ਹੁੰਦੇ ਜਾਂ ਉਹ ਕਾਫੀ ਉਲਝਣ ਭਰੇ ਹੁੰਦੇ ਹਨ, ਜਿਸ ਕਰਕੇ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ। ਹੁਣ ਅਸੀਂ ਅੱਗੇ ਕਰਾਂਗੇ ਜਨਤਕ ਭਾਸ਼ਣ। ਵੱਡੇ ਸਮੂਹ ਦੇ ਸਾਹਮਣੇ ਬੋਲਣਾ ਜ਼ਿਆਦਾਤਰ ਲੋਕਾਂ ਨੂੰ ਘਬਰਾਉਣਾ ਹੈ ਅਤੇ ਡਰ ਨੂੰ ਦੂਰ ਕਰਨ ਲਈ ਤੁਸੀਂ 3P ਕਰੋ। 3P ਤਿਆਰ ਕਰੋ, ਅਭਿਆਸ ਕਰੋ, ਪ੍ਰਦਰਸ਼ਨ ਕਰੋ, ਢੰਗ ਦੀ ਵਰਤੋਂ ਕਰ ਸਕਦੇ ਹੋ ਅਤੇ ਇਹ ਇੱਕ ਵਿਸ਼ਵਾਸ ਅਤੇ ਪ੍ਰਭਾਵਸ਼ਾਲੀ ਸਪੀਕਰ ਬਣ ਸਕਦੇ ਹੋ। ਜਨਤਕ ਭਾਸ਼ਣ ਬੇਟਾ ਜਦੋਂ ਵੀ ਤੁਸੀਂ ਜਿਸ ਤਰ੍ਹਾਂ ਬੇਟਾ ਇੱਕ ਨੇਤਾ
ਜਨਤਾ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਦਾ ਹੈ, ਉਹ ਕੀ ਹੈ? ਉਹ ਇੱਕ ਜਨਤਕ ਭਾਸ਼ਣ ਹੈ। ਜਨਤਕ ਭਾਸ਼ਣ ਦੇਣ ਤੋਂ ਪਹਿਲਾਂ ਨੇਤਾ ਨੂੰ 3P ਯਾਨੀ ਕਿ ਤਿਆਰ ਕਰੋ, ਅਭਿਆਸ ਕਰੋ, ਪ੍ਰਦਰਸ਼ਨ ਕਰੋ, ਇਨ ਸਾਰਿਆਂ ਨੂੰ ਆਪਣੇ ਬੋਲਣ ਤੋਂ ਪਹਿਲਾਂ ਇਹਨਾਂ ਨੂੰ ਤਿਆਰ ਕਰਨਾ ਹੁੰਦਾ ਹੈ। ਅਸੀਂ ਹੁਣ ਤੁਹਾਨੂੰ ਜਨਤਕ ਭਾਸ਼ਣ ਦੇ 3P ਬਾਰੇ ਥੋੜ੍ਹਾ ਜਿਹਾ ਐਕਸਪਲੇਨ ਕਰਾਂਗੇ। ਜਨਤਕ P ਪਹਿਲਾ ਸਟੈਪ ਕੀ ਹੈ ਬੇਟਾ? ਤਿਆਰ ਕਰੋ। ਮਤਲਬ ਜਦੋਂ ਵੀ ਨੇਤਾ ਜਾਂ ਕਿਸੇ ਨੇ ਵੀ ਸਟੇਜ 'ਤੇ ਬੋਲਣਾ ਹੈ ਤਾਂ ਜਿਹੜੇ ਲੋਕ ਉਸ ਨੂੰ ਸੁਣ ਰਹੇ ਹਨ ਉਹਨਾਂ ਦੇ ਸਾਹਮਣੇ ਉਸਨੇ ਆਪਣੇ ਕੀ ਵਿਚਾਰ ਪ੍ਰਗਟ ਲੈ ਕੇ ਜਾਣੇ ਹਨ, ਉਸ ਦਾ ਥੋੜ੍ਹੀ ਜਿਹੀ ਤਿਆਰੀ ਪਹਿਲੇ ਕਰਕੇ ਰੱਖਣੀ ਹਨ। ਪਹਿਲੇ ਸਟੈਪ 'ਤੇ ਕੀ ਆਉਣਾ? ਤਿਆਰ ਕਰੋ, ਆਪਣੇ ਵਿਸ਼ੇ ਬਾਰੇ ਸੋਚੋ। ਇਸ ਬਾਰੇ ਸੋਚੋ ਕਿ ਤੁਹਾਡੇ ਸਰੋਤਿਆਂ ਨੂੰ ਵਿਸ਼ੇ ਬਾਰੇ ਕੀ ਜਾਣਨ ਦੀ ਜ਼ਰੂਰਤ ਹੈ। ਆਪਣੇ ਸਰੋਤਿਆਂ ਨੂੰ ਆਪਣੇ ਵਿਸ਼ਾ ਸਮਝਣ ਦੇ ਸਭ ਤੋਂ ਵਧੀਆ ਢੰਗ ਬਾਰੇ ਸੋਚੋ। ਜੋ ਤੁਸੀਂ ਲਿਖੋ, ਜੋ ਤੁਸੀਂ ਕਹਿਣਾ ਚਾਹੁੰਦੇ ਹੋ। ਮਤਲਬ ਕਿ ਨੇਤਾ ਨੂੰ ਜਾਂ ਜਿਸ ਬੰਦੇ ਨੇ ਆਪਣੇ ਵਿਚਾਰ ਪ੍ਰਗਟ ਕਰਨਾ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਆਪਣੇ ਸਰੋਤਿਆਂ ਨੂੰ ਕੀ ਗੱਲ ਕਹਿਣੀ ਹੈ, ਉਸ ਬਾਰੇ ਉਸ ਨੂੰ ਪਹਿਲੇ ਹੀ ਪਤਾ ਹੋਣਾ ਚਾਹੀਦਾ ਹੈ। ਦੂਸਰਾ ਸਟੈਪ ਬੇਟਾ ਅਭਿਆਸ। ਪਹਿਲਾਂ ਖੁਦ ਅਭਿਆਸ ਕਰੋ, ਸ਼ੀਸ਼ੇ ਦੇ ਸਾਹਮਣੇ ਗੱਲ ਕਰੋ, ਆਪਣੇ ਪਰਿਵਾਰ ਅਤੇ ਦੋਸਤਾਂ ਸਾਹਮਣੇ ਗੱਲ ਕਰੋ ਅਤੇ ਉਹਨਾਂ ਨੂੰ ਪੁੱਛੋ ਕਿ ਉਹ ਕੀ ਸੋਚਦੇ ਹਨ। ਸਪਸ਼ਟ, ਉੱਚੀ ਅਤੇ ਸਹੀ ਗਤੀ 'ਚ ਬੋਲੋ, ਨਾ ਬਹੁਤੀ ਤੇਜ਼ ਬੋਲੋ ਅਤੇ ਨਾ ਹੌਲੀ ਬੋਲੋ। ਯਾਨੀ ਕਿ ਜੋ ਨੇਤਾ ਜਾਂ ਜੋ ਵੀ ਵਕਤਾ ਸਾਹਮਣੇ ਬੋਲ ਰਿਹਾ ਹੈ ਉਸ ਨੂੰ ਇਸ ਚੀਜ਼ ਦਾ ਅਭਿਆਸ ਹੋਣਾ ਚਾਹੀਦਾ। ਉਸ ਨੂੰ ਪਹਿਲੇ ਅਭਿਆਸ ਸ਼ੀਸ਼ੇ ਸਾਹਮਣੇ ਖੜ੍ਹੇ ਹੋ ਕੇ ਕਰ ਲੈਣਾ ਚਾਹੀਦਾ ਅਤੇ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਆਪਣੇ ਵਕਤਾ ਸਾਹਮਣੇ ਨਾ ਹੀ ਜ਼ਿਆਦਾ ਤੇਜ਼ ਬੋਲਣਾ ਹੈ, ਨਾ ਹੀ ਜ਼ਿਆਦਾ ਉੱਚੀ ਬੋਲਣਾ ਹੈ। ਇਸ ਢੰਗ ਨਾਲ ਬੋਲਣਾ ਹੈ ਕਿ ਜੋ ਸਰੋਤਾ ਮੈਨੂੰ ਸੁਣ ਰਹੇ ਹਨ ਉਹ ਉਸਦੀ ਗੱਲ ਨੂੰ ਆਰਾਮ ਨਾਲ ਸਮਝ ਸਕਣ। ਤੀਸਰਾ ਸਟੈਪ ਬੇਟਾ 3P ਦਾ ਆ ਗਿਆ ਪ੍ਰਦਰਸ਼ਨ। ਜੇ ਤੁਸੀਂ ਘਬਰਾਹਟ ਮਹਿਸੂਸ ਕਰ ਰਹੇ ਹੋ ਤਾਂ ਕੁਝ ਡੂੰਘੀਆਂ ਸਾਹ ਲਵੋ। ਤੁਸੀਂ ਕੀ ਤਿਆਰ ਕੀਤਾ ਹੈ ਬਾਰੇ ਸੋਚੋ ਅਤੇ ਭਰੋਸੇ ਨਾਲ ਬੋਲਣਾ ਸ਼ੁਰੂ ਕਰੋ। ਯਾਨੀ ਕਿ ਬੇਟਾ ਜਦੋਂ ਨੇਤਾ ਜਾਂ ਜੋ ਵਕਤਾ ਬੋਲ ਰਿਹਾ ਹੈ ਉਸ ਨੂੰ ਪ੍ਰਦਰਸ਼ਨ ਕਰਦੇ ਸਮੇਂ ਥੋੜ੍ਹੀ ਜਿਹੀ ਵੀ ਘਬਰਾਹਟ ਹੋਏ ਤਾਂ ਉਸ ਨੂੰ ਡੂੰਘਾ ਸਾਹ ਲੈਣਾ ਚਾਹੀਦਾ ਹੈ ਅਤੇ ਆਪਣੇ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜੋ ਮੈਂ ਤਿਆਰ ਕੀਤਾ ਹੈ ਉਹ ਸਹੀ ਹੋਏਗਾ ਅਤੇ ਉਸ ਨੂੰ ਆਪਣਾ ਭਾਸ਼ਣ ਸ਼ੁਰੂ ਕਰ ਦੇਣਾ ਚਾਹੀਦਾ ਹੈ। ਅੱਛਾ ਬੇਟਾ, ਸਾਡਾ ਜ਼ੁਬਾਨੀ ਸੰਚਾਰ ਇੱਥੇ ਹੀ ਖਤਮ ਹੁੰਦਾ ਹੈ। ਅਗਰ ਤੁਹਾਨੂੰ ਇਸ ਸੈਸ਼ਨ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪ੍ਰਸ਼ਨ ਪੁੱਛ ਸਕਦੇ ਹੋ। ਅਤੇ ਮੈਂ ਲੇਬਰਨੈਟ ਟੀਮ ਦਾ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਇਸ ਟੀਮ ਨੇ ਮੈਨੂੰ ਔਨਲਾਈਨ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦਾ ਮੌਕਾ ਦਿੱਤਾ। ਮੈਂ ਲੇਬਰਨੈਟ ਟੀਮ ਦਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ। ਥੈਂਕਸ।